ਵਾਹਿਗੁਰੂ 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 ਵਾਹਿਗੁਰੂ। कोई बोले राम राम कोई खुदाए, कोई सेवै गोसाइयां कोई अल्लाह है। रब दे प्यारिਆਂ ने परमात्मा ਨੂੰ जिस रूप ਵਿੱਚ ਤੱਕਿਆ, ਜੇ ਦੇਖਿਆ ਕਿ ਉਹ ਕਣ ਕਣ ਵਿੱਚ ਬੈਠਾ ਹੈ ਤੇ ਰਾਮ ਕਹਿਣਾ ਸ਼ੁਰੂ ਕਰ ਦਿੱਤਾ। ਜੇ ਤੱਕਿਆ ਕਿ ਉਹ ਵੈਰੀਆਂ ਦਾ ਨਾਸ ਕਰਦਾ ਤੇ ਮੁਰਾਰੀ ਕਹਿਣਾ ਸ਼ੁਰੂ ਕਰ ਦਿੱਤਾ। ਜੇ ਦੇਖਿਆ ਕਿ ਉਹ ਖੁਦ ਦਾ ਮਾਲਕ ਹੈ ਤੇ ਉਸ ਨੂੰ ਖੁਦਾ ਕਹਿਣਾ ਸ਼ੁਰੂ ਕਰ ਦਿੱਤਾ। ਜੇ ਦੇਖਿਆ ਕਿਸੇ ਤੋਂ ਲਖਿਆ ਨਹੀਂ ਜਾਂਦਾ ਹੈ ਤੇ ਉਸ ਵਾਹਿਗੁਰੂ ਨੂੰ ਅੱਲਾ ਕਹਿਣਾ ਸ਼ੁਰੂ ਕਰ ਦਿੱਤਾ। ਜੇ ਦੇਖਿਆ ਜਗਤ ਤੇ ਰਹਿਮਤ ਕਰਦਾ ਹੈ ਤੇ ਰਹੀਮ ਕਹਿਣਾ ਸ਼ੁਰੂ ਕਰ ਦਿੱਤਾ। ਜੇ ਦੇਖਿਆ ਕਿ ਉਹ ਕਿਰਪਾ ਕਰਦਾ ਤੇ ਕਰੀਮ ਕਹਿਣਾ ਸ਼ੁਰੂ ਕਰ ਦਿੱਤਾ। ਜੇ ਰੱਬ ਦੇ ਪਿਆਰਿਆਂ ਨੇ ਦੇਖਿਆ ਕਿ ਉਹ ਸਾਰੀ ਧਰਤੀ ਨੂੰ ਪਾਲਦਾ ਹੈ, ਸਾਰਿਆਂ ਦਾ ਮਾਂ ਪਿਓ ਹੈ, ਪਾਲਣਹਾਰ ਹੈ, ਤੇ ਉਸ ਵਾਹਿਗੁਰੂ ਨੂੰ ਗੋਪਾਲ ਕਹਿਣਾ ਸ਼ੁਰੂ ਕਰ ਦਿੱਤਾ। ਰੱਬ ਦੇ ਪਿਆਰਿਆਂ ਨੇ ਧਰਮ ਮਜ਼ਹਬ ਤੋਂ ਤਾਂ ਉੱਠ ਕੇ ਉਹਦੀ ਸਿਫਤ ਸਲਾਹ ਕੀਤੀ, ਪਰਮਾਤਮਾ ਦੇ ਗੁਣ ਗਾਇਨ ਕੀਤੇ, ਪਰਮਾਤਮਾ ਦੇ ਨਾਲ ਇੱਕਮਿਕ ਹੋ ਗਏ, ਪ੍ਰੇਮ ਵਿੱਚ ਰਹਿ ਕੇ ਉਹਨੂੰ ਪ੍ਰਾਪਤ ਕਰ ਲਿਆ। ਭਾਵੇਂ ਕੋਈ ਮੁਸਲਮ ਸੀ, ਭਾਵੇਂ ਕੋਈ ਸਿੱਖ ਸੀ, ਹਿੰਦੂ ਸੀ, ਈਸਾਈ ਸੀ, ਜੈਨੀ ਸੀ, ਬੋਧੀ ਸੀ, ਪਾਰਸੀ ਸੀ, ਕੋਈ ਵੀ ਮਜ਼ਹਬ ਸੀ, ਪਰ ਮਜ਼ਹਬ ਤੋਂ ਤਾਂ ਉੱਠ ਕੇ ਪਰਮਾਤਮਾ ਦਾ ਗਾਇਨ ਕੀਤਾ। ਪਹਿਰਾਵੇ ਤੋਂ ਤਾਂ ਉੱਠ ਕੇ ਉਸ ਪਰਮਾਤਮਾ ਦੀ ਸਿਫਤ ਸਲਾਹ ਕੀਤੀ। ਮੈਂ ਨੂੰ ਮੁਕਾ ਕੇ ਤੇ ਪਰਮਾਤਮਾ ਨੂੰ ਪਾਇਆ, ਜਿਨ੍ਹਾਂ ਮੈਂ ਨੂੰ ਨਾ ਮਾਰਿਆ ਤੇ ਉਹ ਮੈਂ ਵਿੱਚ ਹੀ ਸਦਾ ਵਾਸਤੇ ਰਹਿ ਗਏ। ਜਿਨ੍ਹਾਂ ਨੇ ਦੇਖਿਆ ਕਿ ਤੂੰ ਦੀ ਯਾਤਰਾ ਕਰਾਂਗੇ ਤੇ ਰੱਬ ਨਜ਼ਰ ਆਏਗਾ, ਮੈਂ ਦੀ ਯਾਤਰਾ ਕਰਾਂਗੇ ਤੇ ਕੇਵਲ ਹੰਕਾਰ ਚੇਤੇ ਆਏਗਾ। ਧੰਨ ਸੀ ਉਹ ਰੰਗੀਆਂ ਹੋਈਆਂ ਰੂਹਾਂ, ਧੰਨ ਸੀ ਉਹ ਪੂਜਨੀਕ ਜਿਹੜੇ ਉਸ ਖੁਦਾ ਵਾਹਿਗੁਰੂ ਨੂੰ ਦਿਨ ਰਾਤ ਯਾਦ ਕਰਦੇ ਸੀ। ਰੱਬ ਦੇ ਪਿਆਰੇ ਦਿਨ ਰਾਤ ਉਸ ਨੂੰ ਪੁਕਾਰਦੇ ਨੇ, ਫਿਰ ਪਰਮਾਤਮਾ ਉਹਨਾਂ ਦੀ ਸਹਾਇਤਾ ਕਰਦਾ ਹੈ। ਰੂਸ ਦੇਸ਼ ਬਸਰੇ ਸ਼ਹਿਰ ਵਿਖੇ ਰਹਿਣ ਵਾਲੀ ਇੱਕ ਰੈਬਾ ਨਾਮੀ ਰਾਜੇ ਦੀ ਲੜਕੀ ਸੀ। ਹੈ ਤੇ ਰਾਣੀ ਹੈ, ਅਮੀਰ ਹੈ, ਰਾਜੇ ਦੀ ਧੀ ਹੈ, ਪਰ ਕਿਸਮਤ ਨੂੰ ਜੋ ਮਨਜ਼ੂਰ ਹੈ। ਸਮਾਂ ਸਮਰੱਥ ਹੈ, ਸਮਾਂ ਆਪਣੀ ਚਾਲ ਚੱਲਦਾ ਹੈ। ਭਿਖਾਰੀ ਤੋਂ ਰਾਜਾ ਬਣਾ ਦਿੰਦਾ ਹੈ ਤੇ ਰਾਜੇ ਤੋਂ ਭਿਖਾਰੀ ਬਣਾ ਦਿੰਦਾ ਹੈ। ਸਮਾਂ ਆਪਣੇ ਨਾਲ ਜਗਤ ਨੂੰ ਚਲਾਉਂਦਾ ਹੈ ਤੇ ਸਮੇਂ ਤੇ ਜ਼ੋਰ ਉਸ ਵਾਹਿਗੁਰੂ ਪਰਮਾਤਮਾ ਦਾ ਹੁੰਦਾ ਹੈ। ਰੈਬਾ ਇਹ ਰਾਜੇ ਦੀ ਲੜਕੀ ਹੈ, ਜਿਸ ਦੀ ਕਿਸਮਤ ਵਿੱਚ ਮਾਪਿਆਂ ਦਾ ਕੋਈ ਸੁੱਖ ਨਹੀਂ ਸੀ। ਜਿਸ ਵੇਲੇ ਇਸ ਬੱਚੀ ਦਾ ਜਨਮ ਹੋਇਆ, ਥੋੜੇ ਸਮੇਂ ਪਿੱਛੋਂ ਦੂਜੇ ਬਾਦਸ਼ਾਹ ਨੇ ਰੂਸ ਦੇਸ਼ ਉੱਤੇ ਚੜ੍ਹਾਈ ਕਰ ਦਿੱਤੀ। ਇਸ ਜੰਗ ਵਿੱਚ ਰੈਬਾਂ ਦੇ ਮਾਂ ਪਿਓ ਸਾਰਾ ਪਰਿਵਾਰ ਕਤਲ ਹੋ ਗਿਆ। ਕਿਸੇ ਤਰੀਕੇ ਦੇ ਨਾਲ ਰਾਣੀ ਦੀ ਜੋ ਗੋਲੀ ਸੀ, ਜਿਹੜੀ ਰੈਬਾਂ ਨੂੰ ਪਾਲਣ ਵਾਲੀ ਸੀ, ਜੋ ਇਸ ਰਾਜੇ ਮਹੱਲ ਦੀ ਦਾਸੀ ਸੀ, ਬੜੇ ਤਰੀਕੇ ਨਾਲ ਦੂਜੇ ਬਾਦਸ਼ਾਹ ਦੀ ਅੱਖ ਚੁਰਾ ਕੇ ਇਸ ਨੂੰ ਇਸ ਦੇਸ਼ ਬਸਰੇ ਤੋਂ ਬਾਹਰ ਲੈ ਕੇ ਆ ਗਈ। ਕੋਈ ਟਿਕਾਣਾ ਨਹੀਂ ਮਿਲਦਾ ਹੈ, ਕਿਤੇ ਫੜੇ ਗਏ ਤੇ ਇਸ ਰਾਜੇ ਦੀ ਲੜਕੀ ਨੂੰ ਮਾਰ ਦਿੱਤਾ ਜਾਏਗਾ। ਖੁਦਾ ਨੇ ਰਹਿਮਤ ਕੀਤੀ, ਸਾਹਮਣੇ ਇਸ ਨੂੰ ਇੱਕ ਫਕੀਰਾਂ ਦਾ ਅਸਥਾਨ ਨਜ਼ਰ ਆਇਆ। ਜਾ ਕੇ ਫਕੀਰਾਂ ਕੋਲ ਬੇਨਤੀ ਕੀਤੀ ਕਿ ਅਸੀਂ ਰਾਜਾ ਰੂਸ ਦੇਸ਼ ਦੀ ਇਹ ਲੜਕੀ ਹੈ, ਦੂਜੇ ਬਾਦਸ਼ਾਹ ਨੇ ਚੜ੍ਹਾਈ ਕੀਤੀ ਹੈ, ਇਹਦੇ ਮਾਂ ਪਿਓ ਸਾਰੇ ਪਰਿਵਾਰ ਨੂੰ ਮਾਰ ਦਿੱਤਾ ਹੈ, ਅਜੇ ਇਹ ਕੁਝ ਕੁ ਦਿਨਾਂ ਦੀ ਹੈ। ਫਕੀਰਾਂ ਨੇ ਤਰਸ ਕੀਤਾ ਤੇ ਦਾਸੀ ਤੇ ਇਸ ਰੈਬਾਂ ਬੱਚੀ ਨੂੰ ਆਪਣੇ ਡੇਰੇ ਵਿੱਚ ਪਨਾਹ ਦੇ ਦਿੱਤੀ। ਬੱਚੀ ਦੀ ਪਾਲਣਾ ਹੋਈ। ਫਕੀਰਾਂ ਦੀ ਗੁੜਤੀ ਨਾਲ ਬਾਲ ਅਵਸਥਾ ਵਿੱਚ ਹੀ ਇਹ ਬੱਚੀ ਦੀ ਲਿਵ ਖੁਦਾ ਨਾਲ ਜੁੜਨ ਲੱਗ ਪਈ। ਬਾਲ ਅਵਸਥਾ ਵਿੱਚ ਜੋ ਬੱਚਿਆਂ ਨੂੰ ਖੇਡ ਪਿਆਰੀ ਹੁੰਦੀ ਹੈ, ਉਹ ਤਾਂ ਇਸ ਦੇ ਨਜ਼ਦੀਕ ਹੀ ਨਹੀਂ ਆਈ।
ਜੋਬਨ ਵਿੱਚ ਕਈ ਤਰ੍ਹਾਂ ਦੇ ਵਿਕਾਰ ਉੱਠਦੇ ਨੇ, ਪਰ ਰੈਬਾਂ ਉੱਤੇ ਜੋਬਨ ਦੇ ਵਿਕਾਰਾਂ ਨੇ ਵੀ ਜ਼ੋਰ ਨਾ ਪਾਇਆ। ਖੁਦਾ ਦੀ ਗੱਲ ਕਰਦੀ ਹੈ। ਇੱਕ ਦਿਨ ਆਪਣੀ ਪਾਲਣ ਵਾਲੀ ਦਾਸੀ ਦੇ ਨਾਲ ਰੈਬਾਂ ਸ਼ਹਿਰ ਤੋਂ ਬਾਹਰ ਆਈ ਹੈ। ਰਸਤੇ ਵਿੱਚ ਇੱਕ ਵੇਸਵਾ ਦਾ ਚੁਬਾਰਾ ਸੀ। ਵੇਸਵਾ ਨੇ ਦੇਖਿਆ ਇਹ ਦਾਸੀ ਹੈ ਤੇ ਇਹ ਲੜਕੀ ਫਕੀਰਾਂ ਦੇ ਡੇਰੇ ਵਿੱਚ ਰਹਿੰਦੀ ਹੈ, ਬੜੀ ਸੁੰਦਰ ਸਰੂਪ ਵਾਲੀ ਹੈ। ਕਿਉਂ ਨਾ ਹੋਵੇ ਕਿਸੇ ਤਰੀਕੇ ਨਾਲ ਵੇਸਵਾ ਚਾਹੁੰਦੀ ਹੈ ਕਿ ਇਹ ਲੜਕੀ ਮੈਨੂੰ ਮਿਲ ਜਾਵੇ। ਇਹ ਵੇਸਵਾ ਨੇ ਇਸ ਦਾਸੀ ਨਾਲ ਗੱਲ ਕੀਤੀ ਕਿ ਵੇਸਵਾ ਮੈਂ ਹਾਂ, ਪਰ ਮੈਂ ਚਾਹੁੰਦੀ ਹਾਂ ਤੂੰ ਜਿੰਨਾ ਪੈਸਾ ਚਾਹੇ ਮੈਂ ਤੈਨੂੰ ਦਿਆਂਗੀ। ਕਿਸੇ ਤਰੀਕੇ ਨਾਲ ਇਹ ਲੜਕੀ ਮੈਨੂੰ ਵੇਚ ਦੇ, ਮੈਂ ਇਸ ਲੜਕੀ ਦਾ 5000 ਰੁਪਈਆ ਵੀ ਤੈਨੂੰ ਦੇ ਦਿਆਂਗੀ। ਰੈਬਾਂ ਦਾ ਮੁੱਲ ਪੈਣ ਲੱਗ ਪਿਆ। ਵੇਸਵਾ ਨੇ ਲਾਲਚ ਦੇ ਕੇ ਇਸ ਦਾਸੀ ਨੂੰ ਪਰਮਾਹ ਲਿਆ। ਇਸ ਦਾਸੀ ਨੇ ਰੈਬਾਂ ਨੂੰ ਵੇਸਵਾ ਦੇ ਕੋਲ ਵੇਚ ਦਿੱਤਾ। ਵੇਸਵਾ ਨੇ ਖਰੀਦ ਕੇ ਆਪਣੀ ਦੁਕਾਨ ਦੇ ਉੱਪਰ ਚੁਬਾਰੇ ਵਿੱਚ ਬਿਠਾ ਦਿੱਤਾ। ਜਿਸ ਵੇਲੇ ਵੇਸਵਾ ਪਾਸ ਇੱਕ ਸ਼ਾਹੂਕਾਰ ਆਇਆ ਤਾਂ ਉਸਨੇ ਉਸ ਪਾਸੋਂ ਪੈਸੇ ਲੈ ਕੇ ਰੈਬਾਂ ਦੇ ਪਾਸ ਚੁਬਾਰੇ ਅੰਦਰ ਘੱਲ ਦਿੱਤਾ। ਉਹ ਸ਼ਾਹੂਕਾਰ ਚਿੱਤ ਵਿਖੇ ਵਿਭਚਾਰ ਭਾਵਨਾ ਲੈ ਕੇ ਉੱਪਰ ਚਲਿਆ ਗਿਆ, ਪਰ ਅਜੇ ਦਰਵਾਜ਼ੇ ਅੰਦਰ ਪੈਰ ਪਾਇਆ ਸੀ ਕਿ ਰੈਬਾਂ ਨੂੰ ਦੇਖਦਿਆਂ ਸਾਰ ਉਸਦੇ ਸਰੀਰ ਵਿੱਚ ਵਿਆਕੁਲਤਾ ਆ ਗਈ। ਮੂਰਛਾ ਹੋ ਗਿਆ, ਨੇਤਰਾਂ ਤੋਂ ਅੰਨਾ ਹੋ ਗਿਆ। ਹੁਣ ਦਿਲ ਕੰਮ ਨਹੀਂ ਕਰਦਾ ਹੈ, ਜ਼ਮੀਨ ਤੇ ਡਿੱਗ ਪਿਆ। ਦਰਵਾਜ਼ੇ ਤੋਂ ਪਿੱਛੇ ਨੂੰ ਮੁੜਦਾ ਤੇ ਠੀਕ ਹੁੰਦਾ ਹੈ, ਜਿਉਂ ਰੈਬਾਂ ਵੱਲ ਮਾੜੀ ਭਾਵਨਾ ਲੈ ਕੇ ਜਾਂਦਾ ਹੈ ਤੇ ਅੰਨਾ ਹੋ ਜਾਂਦਾ ਹੈ। ਸਰੀਰ ਕੰਮ ਨਹੀਂ ਕਰਦਾ ਹੈ। ਇਸ ਸ਼ਾਹੂਕਾਰ ਨੇ ਸੋਚਿਆ ਕਿ ਰੈਬਾਂ ਦੇ ਪਾਸ ਪਹੁੰਚਣ ਦੇ ਕਈ ਹੀਲੇ ਕਰਨ ਤੋਂ ਬਾਅਦ ਵੀ ਮੇਰੇ ਸਾਰੇ ਯਤਨ ਵਿਅਰਥ ਚਲੇ ਗਏ। ਆਖਰ ਇਸ ਦੇ ਮਨ ਵਿੱਚ ਵਿਚਾਰ ਆਈ, ਇਹ ਲੜਕੀ ਕੋਈ ਆਮ ਨਹੀਂ, ਇਹ ਕੋਈ ਰੱਬ ਦੀ ਪਿਆਰੀ ਹੈ, ਭਗਤੀ ਵਾਲੀ ਪ੍ਰਤੀਤ ਹੁੰਦੀ ਹੈ। ਇਸ ਪਾਸੋਂ ਕੋਈ ਲਾਭ ਪ੍ਰਾਪਤ ਕਰੀਏ। ਉਸ ਵੇਲੇ ਮਨ ਵਿੱਚ ਸ਼ੁੱਧ ਭਾਵਨਾ ਧਾਰ ਕੇ ਬੇਨਤੀ ਕੀਤੀ ਕਿ ਅੱਜ ਤੋਂ ਲੈ ਕੇ ਤੂੰ ਮੇਰੀ ਧਰਮ ਮਾਤਾ ਹੈ, ਮੈਂ ਤੇਰਾ ਪੁੱਤਰ ਹਾਂ। ਮੇਰੀ ਵਿਸ਼ੇ ਭਾਵਨਾ ਵਾਲੀ ਕੀਤੀ ਹੋਈ ਗੁਸਤਾਖੀ ਨੂੰ ਮਾਫ ਕਰ ਦੇ। ਇਸ ਦੀ ਸ਼ੁੱਧ ਭਾਵਨਾ ਨੂੰ ਦੇਖ ਕੇ ਰੈਬਾਂ ਨੇ ਕਿਹਾ, ਖੁਦਾ ਤੈਨੂੰ ਬਖਸ਼ੇਗਾ। ਫਿਰ ਰੈਬਾਂ ਦੇ ਚਰਨਾਂ ਤੇ ਆ ਕੇ ਮੱਥਾ ਟੇਕਿਆ, ਬੇਨਤੀ ਕੀਤੀ, ਮਾਤਾ ਜੇ ਤੇਰਾ ਸੰਕਲਪ ਹੋਵੇ ਤਾਂ ਇਸ ਵੇਸਵਾ ਦੀ ਕੈਦ ਤੋਂ ਤੈਨੂੰ ਛੁਡਾ ਕੇ ਲੈ ਜਾਵਾਂ। ਹੁਣ ਮੈਂ ਤੈਨੂੰ ਆਪਣੀ ਮਾਂ ਕਿਹਾ ਹੈ। ਰੈਬਾਂ ਨੇ ਕਿਹਾ, ਬੇਟਾ ਮੈਂ ਹੋਰ ਕੀ ਚਾਹੁੰਦੀ ਹਾਂ, ਤੂੰ ਕਿਰਪਾ ਕਰਕੇ ਇਸ ਨਰਕ ਚੋਂ ਕੱਢ ਕੇ ਲੈ ਜਾ। ਉਸ ਵੇਲੇ ਉਸ ਸ਼ਾਹੂਕਾਰ ਕੋਲ ਜਿਤਨਾ ਪੈਸਾ ਸੀ, ਰੁਪਈਆ ਸੀ, ਸਾਰਾ ਵੇਸਵਾ ਨੂੰ ਦੇ ਦਿੱਤਾ ਤੇ ਰੈਬਾਂ ਨੂੰ ਆਪਣੇ ਘਰ ਲੈ ਗਿਆ ਤੇ ਕਿਹਾ, ਇਹ ਘਰ-ਬਾਰ ਅੱਜ ਤੋਂ ਬਾਅਦ ਤੇਰਾ ਹੀ ਹੈ। ਤੂੰ ਮਾਂ ਹੈ, ਮੈਂ ਤੇਰਾ ਪੁੱਤ ਹਾਂ। ਜੇ ਤੂੰ ਆਗਿਆ ਕਰੇਂਗੀ ਮੈਂ ਮੰਨਾਂਗਾ। ਖੁਦਾ ਦੇ ਹੁਕਮ ਅੰਦਰ ਉਸ ਰਾਜੇ ਦੀ ਲੜਕੀ ਨੇ ਉਸ ਜਗ੍ਹਾ ਅੰਦਰ ਸੋਹਣੇ ਦਿਨ ਬਤੀਤ ਕੀਤੇ। ਜੋ ਕਹੇ ਉਹ ਲੜਕਾ ਆਗਿਆ ਮੰਨੀ ਜਾਵੇ। ਰੈਬਾਂ ਦੇ ਕਰਤੱਵ ਨੂੰ ਦੇਖ ਕੇ ਉਹ ਸ਼ਾਹੂਕਾਰ ਵੀ ਸਵੇਰੇ ਉੱਠ ਕੇ ਭਜਨ ਕਰਿਆ ਕਰੇ। ਮਾੜੀ ਭਾਵਨਾ ਅੰਦਰੋਂ ਚਲੀ ਗਈ। ਇਸ ਤਰ੍ਹਾਂ ਕਰਦਿਆਂ ਕਰਦਿਆਂ ਸ਼ਾਹੂਕਾਰ ਦਾ ਮਨ ਵੀ ਖੁਦਾ ਨਾਲ ਜੁੜ ਗਿਆ। ਇੱਕ ਦਿਨ ਲੜਕੇ ਨੇ ਪੁੱਛਿਆ, ਮਾਂ ਕਿਸੇ ਗੱਲੋਂ ਤਕਲੀਫ ਤਾਂ ਨਹੀਂ ਹੈ? ਰਾਜ ਕੰਨਿਆ ਆਖਣ ਲੱਗੀ, ਬੇਟਾ ਪੁੱਤਰ ਤੂੰ ਸਾਰੇ ਸੁੱਖ ਦਿੱਤੇ ਹਨ, ਖੁਦਾ ਤੇਰਾ ਭਲਾ ਕਰੇ, ਪਰ ਇਸ ਵਕਤ ਮੇਰਾ ਦਿਲ ਮੱਕੇ ਜਾਣ ਨੂੰ ਕਰਦਾ ਹੈ। ਜੇ ਤੂੰ ਛੁੱਟੀ ਦੇਵੇਂ ਤਾਂ ਮੈਂ ਹੋ ਆਵਾਂ। ਲੜਕੇ ਨੇ ਕਿਹਾ, ਮਾਂ ਜੇ ਤੇਰੇ ਦਿਲ ਵਿੱਚ ਸੰਕਲਪ ਉੱਠਿਆ ਹੈ ਤਾਂ ਜ਼ਰੂਰ ਹੋ ਕੇ ਆਓ। ਮੇਰੇ ਵੱਲੋਂ ਕੋਈ ਇਨਕਾਰ ਨਹੀਂ। ਤੈਨੂੰ ਜਿਸ ਚੀਜ਼ ਦੀ ਲੋੜ ਹੈ ਉਹ ਤੈਨੂੰ ਲੈ ਕੇ ਦੇਵਾਂਗਾ। ਉਸ ਵੇਲੇ ਰਾਜ ਲੜਕੀ ਨੂੰ ਜੋ ਚਾਹੀਦਾ ਸੀ ਰੈਬਾਂ ਨੂੰ ਉਹ ਮੰਗ ਲਿਆ। ਤਿਆਰ ਹੋ ਕੇ ਜਦੋਂ ਸ਼ਹਿਰੋਂ ਬਾਹਰ ਨਿਕਲੀ, ਅੱਗੋਂ ਇੱਕ ਹਾਜੀਆਂ ਦਾ ਕਾਫਲਾ ਮਿਲਿਆ। ਉਹਨਾਂ ਨੂੰ ਪੁੱਛਿਆ, ਤੁਸੀਂ ਕਿੱਥੇ ਜਾ ਰਹੇ ਹੋ? ਉਹਨਾਂ ਆਖਿਆ, ਅਸੀਂ ਮੱਕੇ ਦੀ ਯਾਤਰਾ ਕਰਨ ਜਾ ਰਹੇ ਹਾਂ। ਉਸਨੇ ਆਖਿਆ, ਮੈਨੂੰ ਵੀ ਨਾਲ ਲੈ ਜਾਓ।
ਉਹਨਾਂ ਨੇ ਕਿਹਾ ਚੰਗਾ। ਇਹ ਗੱਲ ਕਹਿ ਕੇ ਨਾਲ ਤੁਰ ਪਈ। ਤੁਰਦਿਆਂ ਤੁਰਦਿਆਂ ਜਿਸ ਵੇਲੇ 60 ਕੋਹ ਮੱਕਾ ਰਹਿ ਗਿਆ, ਉਸ ਜਗ੍ਹਾ ਇੱਕ ਖੂਹ ਸੀ। ਰਹਿਬਾਂ ਨੇ ਆਪਣੇ ਸਾਥ ਨੂੰ ਕਿਹਾ ਤੁਸੀਂ ਚੱਲੋ, ਮੇਰੀ ਨਮਾਜ਼ ਦਾ ਸਮਾਂ ਹੋ ਗਿਆ ਹੈ, ਨਮਾਜ਼ ਪੜ੍ਹ ਕੇ ਤੁਹਾਡੇ ਨਾਲ ਰਲ ਜਾਵਾਂਗੀ। ਉਹ ਸਾਥ ਤੁਰ ਪਿਆ। ਇਸਨੇ ਜਦ ਖੂਹ ਪਰ ਖਲੋ ਕੇ ਨਮਾਜ਼ ਪੜ੍ਹਨੀ ਸ਼ੁਰੂ ਕੀਤੀ, ਇੱਕ ਕੁੱਤੀ ਜਿਸਨੇ ਬੱਚਿਆਂ ਨੂੰ ਜਨਮ ਦਿੱਤਾ ਹੋਇਆ ਸੀ ਆ ਕੇ ਕਤੂਰਿਆਂ ਸਮੇਤ ਵਰਲਾਪ ਕਰਨ ਲੱਗ ਪਈ। ਉਸ ਵੇਲੇ ਉਸਦੇ ਵਰਲਾਪ ਨੂੰ ਸੁਣ ਕੇ ਉਹ ਰਾਜ ਕੰਨਿਆ ਸਹਾਰ ਨਾ ਸਕੀ। ਉਸ ਖੂਹ ਤੇ ਡੋਲ ਦਾ ਕੋਈ ਪ੍ਰਬੰਧ ਨਹੀਂ ਸੀ। ਬਥੇਰਾ ਇੱਧਰ ਉੱਧਰ ਦੇਖਿਆ, ਕੋਈ ਪ੍ਰਬੰਧ ਨਾ ਹੋਇਆ। ਹੁਣ ਬੱਚੇ ਕਤੂਰੇ ਵਿਲਕਦੇ ਨੇ, ਇਹਦੇ ਤੋਂ ਸਹਾਰ ਨਹੀਂ ਹੁੰਦਾ ਹੈ। ਆਖਰ ਉਸ ਵੇਲੇ ਇਸਨੇ ਆਪਣੇ ਸਿਰ ਦੇ ਪਟਕੇ ਵੱਟ ਚਾੜ ਕੇ ਰੱਸੀ ਵੱਟੀ, ਆਪਣੇ ਸਿਰ ਦਾ ਕੱਪੜਾ ਬੰਨ ਕੇ ਖੂਹ ਵਿੱਚ ਲਮਕਾਇਆ। ਜਿਸ ਵੇਲੇ ਉਹ ਭਿੱਜ ਗਿਆ ਤਾਂ ਬਾਹਰ ਖਿੱਚ ਕੇ ਪਾਣੀ ਨਿਚੋੜ ਕੇ ਉਸ ਕੁੱਤੀ ਤੇ ਕਤੂਰਿਆਂ ਨੂੰ ਪਿਲਾ ਦਿੱਤਾ। ਪੀਂਦਿਆਂ ਸਾਰ ਇਹਨਾਂ ਨੂੰ ਠੰਡ ਪੈ ਗਈ। ਇਸ ਦੇ ਬਦਲੇ ਖੁਦਾ ਨੇ ਉਸ ਦੇ ਪਾਸ ਮੱਕਾ ਹੀ ਲੈ ਆਂਦਾ, ਜਿਹੜਾ 60 ਕੋ ਰਹਿਬਾਂ ਦੇ ਕੋਲ ਆ ਗਿਆ। ਹੇ ਰਹਿਬਾਂ, ਤੂੰ ਮੱਕੇ ਦੀ ਯਾਤਰਾ ਕਰਨ ਜਾ ਰਹੀ ਸੀ, ਇਸ ਦਇਆ ਕਾਰਨ ਨਾਲ ਹੁਣ ਮੱਕਾ ਤੇਰੀ ਯਾਤਰਾ ਕਰਨ ਆਇਆ ਹੈ। ਤੂੰ ਇਸ ਦਾ ਦਰਸ਼ਨ ਕਰ ਲੈ, ਤੇਰਾ ਕਰਮ ਥਾਂ ਪਿਆ ਹੈ। ਇਸੇ ਤਰ੍ਹਾਂ ਜੀਵਾਂ ਪਰ ਦਇਆ ਕਰਕੇ ਖੁਦਾ ਵੀ ਖੁਸ਼ ਹੁੰਦਾ ਹੈ। ਦਇਆ ਫਹੂਰੀ ਕਾਇਆ ਕਰ ਧੂਈ ਦ੍ਰਿਸ਼ਟ ਕੀ ਅਗਨ ਜਲਾਵੇ। ਇੱਕ ਹੋਰ ਖੂਬੀ ਦੀ ਗੱਲ ਹੈ ਕਿ ਇਸ ਦੇ ਅੰਦਰ ਜਦ ਇੱਕ ਸਮਾਨਤਾ ਵਾਲਾ ਬ੍ਰਹਮ ਦ੍ਰਿਸ਼ਟੀ ਵਾਲਾ ਸੁਭਾਅ ਆ ਗਿਆ, ਜਿਤਨੇ ਕੋ ਵਿਰੋਧੀ ਜਾਨਵਰ ਸਨ ਉਹ ਵੀ ਦੁਬਦਾ ਛੱਡ ਕੇ ਇਹਦੇ ਇਰਦ ਗਿਰਦ ਬੈਠ ਗਏ। ਉਧਰ ਮੱਕੇ ਦੀ ਯਾਤਰਾ ਕਰਨ ਵਾਸਤੇ ਇਬਰਾਹੀਮ ਪੈਗੰਬਰ ਮਰੀਦਾਂ ਨੂੰ ਆਪਣੇ ਨਾਲ ਲੈ ਕੇ ਮੱਕੇ ਪਹੁੰਚੇ ਸੀ। ਜਦੋਂ ਕਾਬੇ ਨੂੰ ਅਸਲੀ ਥਾਂ ਪਰ ਨਾ ਵੇਖ ਕੇ ਪੁੱਛਿਆ ਤੇ ਆਖਿਆ ਕਾਬਾ ਅੱਜ ਕੱਲ੍ਹ ਕਿੱਥੇ ਚਲਿਆ ਗਿਆ ਹੈ। ਦੱਸਣ ਵਾਲਿਆਂ ਦੱਸਿਆ ਖੁਦਾ ਦੇ ਨਾਲ ਪਿਆਰ ਕਰਨ ਵਾਲੀ, ਖੁਦਾ ਨੂੰ ਪ੍ਰੇਮ ਕਰਨ ਵਾਲੀ ਲੜਕੀ ਰਹਿਬਾਂ ਮੱਕਾ ਉਸ ਨੂੰ ਦਰਸ਼ਨ ਦੇਣ ਲਈ 60 ਕੋ ਉਹਦੇ ਕੋਲ ਚਲਿਆ ਗਿਆ ਹੈ। ਇਹ ਗੱਲ ਸੁਣ ਕੇ ਇਬਰਾਹੀਮ ਉਸੇ ਤਰਫ ਚੱਲ ਗਿਆ ਕਿ ਜਾ ਕੇ ਪੁੱਛਾਂਗਾ ਕਿ ਤੂੰ ਕਿਹੜੀ ਸਾਧਨਾ ਕੀਤੀ ਹੈ, ਕਿਹੜੀ ਸਾਧਨਾ ਕਰਕੇ ਮੱਕਾ ਤੇਰੇ ਕੋਲ ਆ ਗਿਆ ਹੈ। ਰਾਹ ਵਿੱਚ ਤੱਕਿਆ ਕਿ ਇਹ ਰਹਿਬਾਂ ਇੱਥੇ ਬੈਠੀ ਹੋਈ ਹੈ। ਸਾਰੇ ਰਸਤੇ ਵਿੱਚ ਠਹਿਰ ਗਏ। ਜਿਉਂ ਰਸਤੇ ਵਿੱਚ ਠਹਿਰੇ ਤਾਂ ਇਹਨਾਂ ਨੇ ਮਾਸ ਖਾਧਾ। ਸਵੇਰੇ ਫਿਰ ਉੱਠੇ ਨੇ, ਰਹਿਬਾਂ ਪਾਸ ਬੈਠ ਕੇ ਵਿਚਾਰ ਕੀਤੀ। ਜਿਤਨੇ ਜਾਨਵਰ ਸਨ ਉਹ ਸਾਰੇ ਦੇ ਸਾਰੇ ਇਬਰਾਹੀਮ ਦੇ ਕੋਲੋਂ ਉੱਠ ਕੇ ਚਲੇ ਗਏ। ਸਾਰੇ ਦੇ ਸਾਰੇ ਜਾਨਵਰ ਰਹਿਬਾਂ ਦੇ ਇਰਦ ਗਿਰਦ ਜਾ ਕੇ ਬੈਠ ਗਏ। ਇਬਰਾਹੀਮ ਬਹੁਤ ਹੈਰਾਨ ਹੋ ਕੇ ਪੁੱਛਦਾ, ਬੇਟਾ ਤੇਰੇ ਕੋਲ ਕਿਹੜੀ ਸਾਧਨਾ ਹੈ? ਅੱਗੇ ਮੈਨੂੰ ਇੱਕ ਸੰਸਾ ਸੀ ਕਿ ਮੱਕਾ ਤੇਰੇ ਕੋਲ ਆਇਆ ਹੈ, ਹੁਣ ਦੂਜਾ ਸੰਸਾ ਪੈਦਾ ਹੋ ਗਿਆ ਹੈ ਕਿ ਇਹ ਜਾਨਵਰ ਤੇਰੇ ਚੁਫੇਰੇ ਬੈਠੇ ਨੇ, ਮੇਰੇ ਆਇਆ ਕਿਉਂ ਚਲੇ ਗਏ ਨੇ? ਰਹਿਬਾਂ ਕਿਹਾ, ਹੇ ਮਾਲਕ ਜੀ, ਤੁਸੀਂ ਰਾਤੀ ਕੀ ਖਾਧਾ ਸੀ? ਇਬਰਾਹੀਮ ਨੇ ਕਿਹਾ, ਰਾਤੀ ਅਸੀਂ ਮਾਸ ਖਾਧਾ ਸੀ। ਰਹਿਬਾਂ ਨੇ ਕਿਹਾ, ਇਸ ਕਰਕੇ ਇਹ ਜਾਨਵਰ ਤੁਹਾਡੇ ਕੋਲੋਂ ਦੇਖ ਕੇ ਦੌੜ ਗਏ ਨੇ, ਕਿਉਂਕਿ ਤੁਸੀਂ ਇਹਨਾਂ ਦਾ ਵਿਰੋਧੀ ਹੋ। ਤੁਸੀਂ ਮਾਸ ਪੱਖੀ ਹੋ, ਤੁਸੀਂ ਮਾਸ ਖਾਂਦੇ ਹੋ, ਇਸ ਕਰਕੇ ਇਹ ਸਾਰੇ ਜਾਨਵਰ ਤੁਹਾਡੇ ਨਾਲ ਈਰਖਾ ਕਰਦੇ ਨੇ। ਮੇਰੇ ਕੋਲ ਮੱਕਾ ਇਸ ਵਾਸਤੇ ਆਇਆ ਕਿ ਮੈਂ 1/3 ਕੁੱਤੀ ਨੂੰ ਕਤੂਰਿਆਂ ਸਮੇਤ ਪਾਣੀ ਪਿਲਾ ਕੇ ਉਹਨਾਂ ਦਾ ਦੁੱਖ ਦੂਰ ਕੀਤਾ। ਜੇ ਤੈਨੂੰ ਵੀ ਇੱਛਾ ਹੈ ਤੇ ਜੀਆਂ ਉੱਤੇ ਦਇਆ ਕਰ ਤੇ ਖੁਦਾ ਨਾਲ ਮਨ ਕਰਕੇ ਪ੍ਰੀਤ ਕਰ, ਵਿਖਾਵੇ ਕਰਕੇ ਨਹੀਂ। कदम ऐसा चलो कि निशान बन जाए, काम ऐसा करो कि पहचान बन जाए। जहाँ जिंदगी तो हर कोई जी लेता है, लेकिन जिंदगी ऐसी जियो कि सब लई मिसाल बन जाए। इस तरह की जिंदगी जियो कि परमात्मा खुदा तुहाडी मदद करे, प्रीत पाओ उस खुदा दे नाल।
प्रभ की प्रीत सदा सुख होए। प्रभ की प्रीत दुख लगे न कोय। प्रभ की प्रीत हउमੈ मल खोए। प्रभ की प्रीत सद निर्मल होए। सुनहो मीत ऐसा प्रेम प्यार, जी प्राण घट घट आधार। रहाओ प्रभ की प्रीत पै सगल निधान, पर की प्रीत हृदय निर्मल नाम। प्रभ की प्रीत सद शोभावंत, प्रभ की प्रीत सब मिट्टी है चिंत। प्रभ की प्रीत ए भवजल तरੈ, प्रभ की प्रीत जमते नहीं डरै। प्रभ की प्रीत सगल उधारै, प्रभ की प्रीत चलै संघारै। आपो कोई मिलै न भूले, जिस कृपाल तिस साध संग कहलै। कहो नानक तेरै कुर्बान, संत ओट तेरा तान। इस तरह ਦੀ ਪ੍ਰੀਤ ਕਰੋ ਕਿ ਮੱਕਾ ਵੀ ਜਿਸ ਤਰ੍ਹਾਂ ਰੈਬਾਂ ਕੋਲ ਆ ਗਿਆ ਸੀ, ਪਰਮਾਤਮਾ ਵੀ ਤੁਹਾਡੇ ਇਰਦ ਗਿਰਦ ਹੈ, ਉਹ ਵੀ ਤੁਹਾਡੇ ਕੋਲ ਹੈ, ਉਹ ਕਿਤੇ ਦੂਰ ਨਹੀਂ ਹੈ। ਪਰ ਖੁਦਾ ਦੀ ਬੰਦਗੀ ਕਰਨੀ ਪਏਗੀ। ਉਹਨੂੰ ਪਹਿਰਾਵੇ ਤੋਂ ਉੱਠ ਕੇ ਮਨ ਦੇ ਪ੍ਰੇਮ ਨਾਲ ਖੁਦਾ ਨੂੰ ਪਾਉਣਾ ਪਏਗਾ। ਇਹ ਰੈਬਾਂ ਦੀ ਸਾਖੀ ਮਨ ਨੂੰ ਸਕੂਨ ਦੇਣ ਵਾਲੀ ਤੇ ਖੁਦਾ ਤੇ ਭਰੋਸਾ ਕਰਨ ਵਾਲੀ ਤੇ ਜੀ ਦਇਆ ਹਰੇਕ ਜੀ ਤੇ ਕਰਨ ਵਾਸਤੇ ਸਾਨੂੰ ਪ੍ਰੇਰਨਾ ਕਰਦੀ ਹੈ।